ਹੁਣ ਆਪਾਂ ਬੱਚੇ ਸਟਾਰਟ ਕਰਾਂਗੇ ਇੰਪੋਰਟੈਂਟ ਥਿਊਰਮਸ 6 ਮਾਰਕਸ ਲਈ। ਦੇਖੋ 5 ਥਿਊਰਮ ਨੇ, ਬੋਰਡ ਐਗਜ਼ਾਮ 'ਚ ਹਰ ਵਾਰ ਆਉਂਦੀਆਂ ਨੇ, ਰਿਪੀਟਡ ਹੀ ਹੁੰਦੀਆਂ ਨੇ। ਠੀਕ ਹੈ, ਤਾਂ ਇਹਨੂੰ ਧਿਆਨ ਨਾਲ ਅੱਛੇ ਤਰੀਕੇ ਨਾਲ ਕਵਰ ਕਰ ਲਓ। ਠੀਕ ਹੈ, ਸਟਾਰਟ ਕਰ ਰਹੇ ਹਾਂ। ਪਹਿਲੀ ਜਿਹੜੀ ਥਿਊਰਮ ਆਉਣ ਦੇ ਪੂਰੇ ਚਾਂਸ ਨੇ ਉਹ ਹੈ ਥੇਲਸ ਥਿਊਰਮ, ਸਟੇਟ ਐਂਡ ਪ੍ਰੂਫ ਥੇਲਸ ਥਿਊਰਮ। ਥੇਲਸ ਥਿਊਰਮ ਲਿਖਿਆ ਹੋਏਗਾ ਜਾਂ ਫਿਰ ਲਿਖਿਆ ਹੋਏਗਾ ਸਟੇਟ ਐਂਡ ਪ੍ਰੂਫ ਬੇਸਿਕ ਪ੍ਰੋਪੋਰਸ਼ਨੈਲਿਟੀ ਥਿਊਰਮ। ਠੀਕ ਹੈ, ਤਾਂ ਆਪਾਂ ਆਹ ਕਰਨੀ ਹੈ। ਤਾਂ ਸਟੇਟਮੈਂਟ ਕੀ ਹੈ? ਸਭ ਤੋਂ ਪਹਿਲਾਂ ਸਟੇਟਮੈਂਟ ਵਿੱਚ ਤੁਹਾਨੂੰ ਯਾਦ ਵੀ ਹੋਣੀ ਚਾਹੀਦੀ ਹੈ, ਕਿਉਂਕਿ ਬਾਈ ਚਾਂਸ ਅਗਰ ਉਹਨੇ ਸਟੇਟ ਲਿਖਤਾ ਨਾ ਕੁਐਸਚਨ ਦੇ ਵਿੱਚ, ਕਦੇ ਕਦੇ ਤਾਂ ਸਟੇਟਮੈਂਟ ਆਉਂਦੀ ਹੈ ਪੇਪਰ ਦੇ ਅੰਦਰ, ਕਦੇ ਕਦੇ ਸਟੇਟਮੈਂਟ ਨਹੀਂ ਆਉਂਦੀ, ਉਹ ਸਟੇਟ ਲਿਖ ਦਿੰਦਾ। ਤਾਂ ਸਟੇਟ ਦੇ ਵਿੱਚ ਸਟੇਟਮੈਂਟ ਦੇਣੀ ਪਊਗੀ ਤਾਂ ਨੰਬਰ ਮਿਲਣਗੇ। ਤਾਂ ਸਟੇਟਮੈਂਟ ਕੀ ਹੈ? ਕਹਿੰਦਾ ਇਫ ਅ ਲਾਈਨ ਡਰਾਨ parallel to one side of a triangle, parallel to one side of a triangle to intersect other two sides in distinct point, distinct मतलब different point, in distinct point, then the two sides are divide in same ratio। कहना अगर कोई लाइन, ऐसे मैं डायग्राम बना रहे हैं, लेट ट्रायंगल भी ए बी सी कि लिखा इफ अ लाइन ड्रॉन पैरेलल टू वन साइड ऑफ अ ट्रायंगल, मतलब ट्रायंगल एक साइड ਲਈ बी सी ਤੇ ਪੈਰਲਲ ਇੱਕ ਲਾਈਨ ਲਗਾਤੀ ਆ। ਠੀਕ ਹੈ, ਇੰਟਰਸੈਕਟ ਅਦਰ ਟੂ ਸਾਈਡ ਇਨ ਡਿਸਟਿੰਕਟ ਪੁਆਇੰਟ, ਤੇ ਜਿਹੜੀ ਆ ਦੋ ਸਾਈਡ ਨੇ ਅਲੱਗ-ਅਲੱਗ ਪੁਆਇੰਟ ਤੇ ਕੱਟ ਕਰਦੀ ਆ, ਇੱਕ ਡੀ ਤੇ ਇੱਕ ਪੁਆਇੰਟ ਕਿਆ ਲੈ ਲਿਆ ਈ ਤੇ ਲੈ ਲਿਆ। ਠੀਕ ਹੈ, ਦੈਨ ਦਾ ਟੂ ਸਾਈਡ ਆਰ ਡਿਵਾਈਡ ਇਨ ਸੇਮ ਰੇਸ਼ੀਓ। ਤਾਂ ਜਿਹੜੀ ਹੁਣ ਆ ਦੋ ਸਾਈਡਾਂ ਹੁੰਦੀਆਂ ਨੇ ਸੇਮ ਰੇਸ਼ੀਓ 'ਚ ਬਣ ਜਾਣਗੀਆਂ। ਸੇਮ ਰੇਸ਼ੀਓ ਇਨ ਦਾ ਸੈਂਸ ਏ ਡੀ ਅਪੋਨ ਡੀ ਬੀ ਦਾ ਰੇਸ਼ੀਓ ਏ ਈ ਅਪੋਨ ਈ ਸੀ ਦੇ ਰੇਸ਼ੀਓ ਦੇ ਵਿੱਚ ਕਿਆ ਹੋਏਗਾ? ਇਕੁਅਲ ਹੋਏਗਾ। ਠੀਕ ਹੈ, ਇਹ ਆਪਾਂ ਪ੍ਰੂਵ ਕਰਕੇ ਦਿਖਾਉਣਾ। ਤਾਂ ਸਾਡੇ ਕੋਲ ਗਿਵਨ ਦੇ ਵਿੱਚ ਕੀ ਆ ਜਾਏਗਾ? ਗਿਵਨ ਆ ਜਾਏਗਾ ਟ੍ਰਾਇੰਗਲ ਏ ਬੀ ਸੀ ਇਨ ਵਿਚ ਡੀ ਈ ਲਾਈਨ ਇਜ਼ ਪੈਰਲਲ ਟੂ ਬੀ ਸੀ। ਇੱਕ ਟ੍ਰਾਇੰਗਲ ਹੈ ਏ ਬੀ ਸੀ ਜਿਹਦੇ ਵਿੱਚ ਡੀ ਈ ਸਾਨੂੰ ਕਿਹਦੇ ਪੈਰਲਲ ਦਿੱਤੀ ਹੋਈ ਹੈ? ਬੀ ਸੀ ਦੇ। ਆਪਾਂ ਪ੍ਰੂਫ ਕੀ ਕਰਨਾ? ਸਾਈਡ ਦਾ ਰੇਸ਼ੀਓ ਕਿਆ ਹੋਏਗਾ? ਇਕੁਅਲ ਹੋਏਗਾ। ਸਾਈਡ ਦਾ ਰੇਸ਼ੀਓ ਯਾਨੀ ਏ ਡੀ ਅਪੋਨ ਡੀ ਬੀ ਰੇਸ਼ੀਓ ਇਜ਼ ਇਕੁਅਲ ਟੂ ਏ ਈ ਅਪੋਨ ਈ ਸੀ ਦੇ ਰੇਸ਼ੀਓ ਦੇ। ਠੀਕ ਹੈ ਬੱਚੇ, ਪ੍ਰੂਫ ਕਰਨ ਲਈ ਆਪਾਂ ਕੁਝ ਕੰਸਟਰਕਸ਼ਨ ਕਰ ਰਹੇ ਹਾਂ। ਤਾਂ ਕੰਸਟਰਕਸ਼ਨ ਕਰੀ, ਇੱਕ ਈ ਪੁਆਇੰਟ ਤੋਂ ਮੈਂ ਪਰਪੈਂਡੀਕੂਲਰ ਡਰਾ ਕੀਤਾ। ਠੀਕ ਹੈ, ਨਾਮ ਦਿੱਤਾ ਉਸ ਨੂੰ ਐਮ ਦਾ। ਇਸ ਡੀ ਤੋਂ ਇੱਕ ਪਰਪੈਂਡੀਕੂਲਰ ਡਰਾ ਕੀਤਾ, ਨਾਮ ਦਿੱਤਾ ਉਹਨੂੰ ਐਨ ਦਾ, ਅਤੇ ਜੁਆਇਨ ਕਰਤਾ ਡੀ ਸੀ ਅਤੇ ਬੀ ਈ ਨੂੰ। ਠੀਕ ਹੈ, ਜੋ ਆਪਾਂ ਪੁਆਇੰਟਸ ਕਰੇ ਨੇ ਆਪਾਂ ਨਾਲ ਇੱਥੇ ਮੈਂਸ਼ਨ ਕਰ ਦਿੰਦੇ ਹਾਂ। ਆਪਾਂ ਕੀ ਕੀਤਾ? ਡਰਾ ਈ ਐਮ ਪਰਪੈਂਡੀਕੂਲਰ ਔਨ ਏ ਬੀ ਐਂਡ ਡੀ ਐਨ ਪਰਪੈਂਡੀਕੂਲਰ ਕਿਹੜੀ ਲਾਈਨ 'ਤੇ? ਏ ਸੀ 'ਤੇ। ਉਸ ਤੋਂ ਬਾਅਦ ਆਪਾਂ ਕੀ ਕੀਤਾ ਸੀ? ਜੁਆਇਨ ਡੀ ਸੀ ਐਂਡ ਬੀ ਈ। ਠੀਕ ਹੈ ਬੱਚੇ, ਆਪਾਂ ਜੋ ਕੰਸਟਰਕਸ਼ਨ ਕਰੀ ਸੀ ਬੀ ਈ, ਠੀਕ ਹੈ, ਉਹ ਕਰਤੀ। ਹੁਣ ਪ੍ਰੂਫ ਸਟਾਰਟ ਕਰ ਰਹੇ ਹਾਂ। ਦੇਖੋ ਬੱਚੇ, ਪ੍ਰੂਫ ਤੋਂ ਪਹਿਲਾਂ ਇੱਕ ਏਰੀਆ ਆਫ ਟ੍ਰਾਇੰਗਲ ਦਾ ਫਾਰਮੂਲਾ ਲਿਖ ਰਹੇ ਹਾਂ। ਏਰੀਆ ਆਫ ਟ੍ਰਾਇੰਗਲ ਦਾ ਫਾਰਮੂਲਾ ਬੱਚੇ ਸਾਡੇ ਕੋਲ ਕਿਆ ਹੁੰਦਾ? 1/2 ਬੇਸ ਇੰਟੂ ਹਾਈਟ। ਤਾਂ ਦੋ ਟ੍ਰਾਇੰਗਲ ਲੈ ਕੇ ਉਹ 'ਚ ਏਰੀਆ ਆਫ ਟ੍ਰਾਇੰਗਲ ਦਾ ਫਾਰਮੂਲਾ ਲਗਾ ਦਾਂਗੇ। ਠੀਕ ਹੈ, ਮੈਂ ਦੋ ਟ੍ਰਾਇੰਗਲ ਚੱਕ ਰਿਹਾ। ਇੱਕ ਟ੍ਰਾਇੰਗਲ ਲੈ ਰਿਹਾ ਏ ਡੀ ਤੇ ਈ, ਇਨ ਟ੍ਰਾਇੰਗਲ ਏ ਡੀ ਈ ਐਂਡ, ਅਤੇ ਦੂਜਾ ਟ੍ਰਾਇੰਗਲ ਲੈ ਰਿਹਾ ਉਹਦੇ ਨਾਲ ਕਿਹੜਾ? ਡੀ ਬੀ ਤੇ ਈ ਐਂਡ ਇਨ ਟ੍ਰਾਇੰਗਲ ਡੀ ਬੀ ਈ। ਠੀਕ ਹੈ, ਦੋਨਾਂ ਦਾ ਏਰੀਆ ਲੈ ਰਹੇ ਹਾਂ। ਏਰੀਆ ਆਫ ਟ੍ਰਾਇੰਗਲ ਏ ਡੀ ਈ। ਹੁਣ ਏਰੀਆ ਆਫ ਟ੍ਰਾਇੰਗਲ ਦਾ ਫਾਰਮੂਲਾ ਕੀ ਹੁੰਦਾ? 1/2 ਬੇਸ ਇੰਟੂ ਹਾਈਟ। 1/2 ਅਗਰ ਇਸ ਟ੍ਰਾਇੰਗਲ ਦੀ ਗੱਲ ਕਰ ਰਹੇ ਹਾਂ ਤਾਂ ਨਾਲ ਦੇਖੋ ਏ ਡੀ ਈ ਦੀ ਗੱਲ, ਅਗਰ ਈ ਤੋਂ ਮੈਂ ਪਰਪੈਂਡੀਕੂਲਰ ਪਾਇਆ ਹੈ ਤਾਂ ਮੇਰਾ ਬੇਸ ਕਿਆ ਬਣ ਜਾਏਗਾ? ਏ ਡੀ, ਅਤੇ ਹਾਈਟ ਕਿਆ ਰਹੇਗੀ? ਈ ਐਮ। ਤਾਂ 1/2 ਬੇਸ ਕਿਆ ਆ ਗਿਆ? ਏ ਡੀ, ਅਤੇ ਹਾਈਟ ਕਿਆ ਆਏਗੀ? ਈ ਐਮ ਆ ਜਾਏਗੀ, ਅਪੋਨ ਏਰੀਆ ਆਫ ਟ੍ਰਾਇੰਗਲ ਡੀ ਬੀ ਤੇ ਈ। ਡੀ ਬੀ ਦਾ ਏਰੀਆ ਅਗੇਨ 1/2। ਹੁਣ ਡੀ ਬੀ ਦੇ ਕੇਸ ਦੇ ਵਿੱਚ ਬੇਸ ਕਿਆ ਆ ਜਾਏਗਾ? ਮੇਰਾ ਡੀ ਬੀ ਆ ਜਾਏਗਾ, ਇਨਟੂ ਹਾਈਟ ਕਿਆ ਆਏਗੀ? ਇੱਕ ਵਰਟੈਕਸ ਤੋਂ, ਇੱਕ ਪੁਆਇੰਟ ਤੋਂ ਜੋ ਹਾਈਟ ਆਪਾਂ ਇੱਕ ਲਾਈਨ 'ਤੇ ਪਾ ਦਿੱਤੀ ਜਾਂਦੀ ਹੈ, ਉਹ ਹਾਈਟ ਦੋਨੋਂ ਟ੍ਰਾਇੰਗਲ ਲਈ ਸੇਮ ਹੀ ਰਹਿੰਦੀ ਹੈ। ਯਾਨੀ ਹਾਈਟ ਟ੍ਰਾਇੰਗਲ ਜ਼ਰੂਰੀ ਨਹੀਂ ਅੰਦਰ ਹੀ ਹੋਵੇ, ਟ੍ਰਾਇੰਗਲ ਦੇ ਬਾਹਰ ਵੀ ਹੋ ਸਕਦੀ ਹੈ। ਤਾਂ ਹਾਈਟ ਕਿਆ ਰਹੇਗੀ? ਈ ਐਮ। 1/2 ਨਾਲ 1/2 ਕੱਟ ਜਾਏਗਾ, ਈ ਐਮ ਨਾਲ ਕਿਆ ਕੱਟ ਜਾਏਗਾ? ਈ ਐਮ। ਜੋ ਬਚਿਆ ਏਰੀਆ ਟ੍ਰਾਇੰਗਲ ਏ ਡੀ ਈ ਅਪੋਨ ਏਰੀਆ ਟ੍ਰਾਇੰਗਲ ਡੀ ਬੀ ਈ ਇਜ਼ ਇਕੁਅਲ ਟੂ ਏ ਡੀ ਅਪੋਨ ਡੀ ਬੀ ਦਾ ਡੀ ਬੀ। ਠੀਕ ਹੈ, ਇਹ ਸਾਡੀ ਬਣ ਗਈ ਇਕੁਏਸ਼ਨ ਨੰਬਰ ਫਸਟ। ਅਗੇਨ ਇਨ ਟ੍ਰਾਇੰਗਲ, ਦੁਬਾਰਾ ਹੁਣ ਆਪਾਂ ਨੂੰ ਦੂਸਰੀ ਸਾਈਡ ਏ ਈ ਅਪੋਨ ਈ ਸੀ ਪ੍ਰੂਵ ਕਰਨੀ ਹੈ। ਤਾਂ ਕਿਹੜੇ ਟ੍ਰਾਇੰਗਲ 'ਚ ਏ ਈ ਆ ਰਹੀ ਹੈ? ਇਹਦੇ ਵਿੱਚ ਇਨ ਟ੍ਰਾਇੰਗਲ ਏ ਡੀ ਈ, ਅਤੇ ਦੂਜਾ ਟ੍ਰਾਇੰਗਲ ਕਿਹੜਾ ਲੈ ਲਾਂਗੇ? ਡੀ ਈ ਅਤੇ ਸੀ ਵਾਲਾ। ਠੀਕ ਹੈ, ਇਨ ਟ੍ਰਾਇੰਗਲ ਏ ਡੀ ਈ ਐਂਡ ਡੀ ਈ ਅਤੇ ਸੀ। ਠੀਕ ਹੈ, ਆਹ ਦੋ ਟ੍ਰਾਇੰਗਲ ਆਪਾਂ ਯੂਜ਼ ਕਰ ਰਹੇ ਹਾਂ। ਹੁਣ ਏ ਡੀ ਟ੍ਰਾਇੰਗਲ ਦੀ ਗੱਲ ਕਰਦਾ, ਏਰੀਆ ਆਫ ਟ੍ਰਾਇੰਗਲ ਏ ਡੀ ਈ ਇਜ਼ ਇਕੁਅਲ ਟੂ 1/2। ਹੁਣ ਬੱਚੇ ਇੱਥੇ ਧਿਆਨ ਨਾਲ ਦੇਖੋ ਇਸ ਚੀਜ਼ ਨੂੰ। ਪਹਿਲਾਂ ਆਪਾਂ ਹਾਈਟ ਈ ਐਮ ਲਈ ਸੀ ਅਤੇ ਬੇਸ ਲਿਆ ਸੀ ਡੀ ਐਮ। ਹੁਣ ਆਪਾਂ ਇਸ ਵਰਟੈਕਸ ਤੋਂ ਹਾਈਟ ਪਾਈ ਹੈ ਡੀ ਐਨ, ਤਾਂ ਬੇਸ ਕਿਆ ਆ ਜਾਏਗਾ? ਏ ਈ। ਤਾਂ ਇੱਥੇ ਬੇਸ ਆ ਜਾਏਗਾ ਏ ਈ, ਅਤੇ ਹਾਈਟ ਕਿਆ ਆ ਜਾਏਗੀ? ਡੀ ਐਨ ਅਪੋਨ ਏਰੀਆ ਆਫ ਟ੍ਰਾਇੰਗਲ ਡੀ ਈ ਸੀ ਇਜ਼ ਇਕੁਅਲ ਟੂ 1/2। ਹੁਣ ਡੀ ਈ ਸੀ ਦੇ ਕੇਸ ਦੇ ਵਿੱਚ ਬੇਸ ਕਿਆ ਆ ਜਾਏਗਾ ਮੇਰਾ? ਈ ਸੀ, ਅਤੇ ਹਾਈਟ ਕਿਆ ਰਹੇਗੀ? ਡੀ ਐਨ, ਯਾਨੀ ਈ ਸੀ
इंटू डी एन, इसे डी एन नाल डी एन कट जाएगा, हाफ नाल हाफ कट जाएगा, जो बचा उन्होंने आप मैंशन कर रहे हैं। साढ़े कोल बचा एरिया ट्रायंगल ए डी ई अपॉन एरिया ट्रायंगल डी ई सी इज़ इक्वल टू ए ई अपॉन ई सी। ये बन गई साढ़े कोल इक्वेशन नंबर 2। इक्वेशन नंबर 2। ਹੁਣ एक चीज़ देखो, ਆਪਾਂ 9th ਕਲਾਸ ਦੇ ਵਿੱਚ ਨਾ ਇੱਕ ਥਿਊਰਮ ਪੜ੍ਹੀ ਸੀ, ਜਿਵੇਂ ਆਹ ਦੋ ਲਾਈਨਾਂ ਆਪਸ ਦੇ ਵਿੱਚ ਕੀ ਨੇ, ਪੈਰਲਲ ਨੇ। ਹੁਣ ਪੈਰਲਲ ਲਾਈਨਾਂ ਦੇ ਵਿੱਚ ਸੇਮ ਬੇਸ ਨਾਲ ਜਿੰਨੇ ਵੀ ਟ੍ਰਾਇੰਗਲ ਬਣਦੇ ਨੇ ਹੁੰਦਾ ਏਰੀਆ ਇਕੁਅਲ ਹੁੰਦਾ, ਯਾਨੀ ਡੀ ਬੀ ਈ ਦਾ ਜੋ ਏਰੀਆ ਹੋਏਗਾ ਉਹ ਡੀ ਈ ਸੀ ਦੇ ਏਰੀਆ ਦੇ ਕਿਆ ਹੋਏਗਾ, ਇਕੁਅਲ ਹੋਏਗਾ। ਇੱਥੇ ਮੈਂ ਲਿਖ ਕੇ ਦਿਖਾ ਰਿਹਾ, ਏਰੀਆ ਟ੍ਰਾਇੰਗਲ ਡੀ ਬੀ ਈ ਇਜ਼ ਇਕੁਅਲ ਟੂ ਏਰੀਆ ਟ੍ਰਾਇੰਗਲ ਡੀ ਈ ਸੀ। ਆ ਦੋਨੋਂ ਟ੍ਰਾਇੰਗਲ ਦਾ ਏਰੀਆ ਆਪਸ 'ਚ ਕੀ ਹੋਏਗਾ, ਇਕੁਅਲ ਹੋਏਗਾ। ਕਿਉਂ? ਕਿਉਂਕਿ ਦੋਨੋਂ ਪੈਰਲਲ ਲਾਈਨਾਂ ਦੇ ਵਿੱਚ ਬਣੇ ਹੋਏ ਨੇ। ਆ ਇਕੁਏਸ਼ਨ ਨੰਬਰ 3 ਬਣ ਗਈ। ਇਹਦੇ ਨਾਲ ਇਹਦਾ ਰੀਜ਼ਨ ਜ਼ਰੂਰ ਮੈਂਸ਼ਨ ਕਰਨਾ, ਬਿਕੋਜ਼ both triangles are made between same parallel line and same base DE। दोनों ट्रायंगल सेम पैरल लाइनों के अंदर तो सेम बेस DE ਦੇ ਨਾਲ ਬਣ ਰਹੇ ਸੀ। फ्रॉम इक्वेशन 1 2 एंड 3। हूँ फस्ट सैकेंड तो थर्ड इक्वेशन जस्ट कंपेयर करो। देखो फस्ट इक्वेशन क्या है, ए डी अपॉन डी बी ई, इधर क्या है डी ई अपॉन ए डी ई सी। ए डी सेम है। हूँ सानू पता लग गया डी बी ई तो डी ई सी का एरिया भी आपस में क्या है, इक्वल है, यानी थल्ले वाली वैल्यू भी सेम है। हूँ अगर दो इक्वेशन दी लैफ्ट हैंड साइड बिल्कुल साड़ियाँ इक्वल ने तो उसकी राइट भी की होणगियां, इक्वल होणगियां। फ्रॉम इक्वेशन 1 2 एंड 3 ए डी अपॉन डी बी इज़ इक्वल टू ए ई अपॉन ई सी। तो आही आप करना सी, प्रूव करना सी। इत्थे साडी फर्स्ट थ्योरम कंप्लीट होंदी है। ठीक है बच्चे, ओके है, क्लीयर होगी। एक बार आराम नाल वीडियो में तुसीं दोबारा देख लियो। ठीक है, आ लो। ठीक है जी, पूरी स्क्रीन के उत्ते साडी वीडियो आ रही है, इहनूं पाउज करके एक बार चंगी तरीके नाल दोबारा कवर कर लेना। चलो नैक्सट वाल आपां चल रहे हैं हुण। हाँ जी बच्चे, साडी सैकेंड थ्योरम जी इंपॉर्टेंट है काफ़ी ज़्यादा। ठीक है, वो है प्रूव डैट रेशियो ऑफ एरिया ऑफ टू सिमिलर ट्रायंगल इज़ इक्वल टू स्क्वेयर ऑफ रेशियो ऑफ देयर कॉरसपोंडिंग साइड। कहता दो सिमिलर ट्रायंगल के एरिया का जो रेशियो होंदा है वो बराबर होंदा है रेशियो ऑफ देयर स्क्वेयर ऑफ रेशियो ऑफ देयर कॉरसपोंडिंग साइड। एक्सप्लेन करने की कोशिश करता, सानू दो ट्रायंगल की गल कर लिया। लो दो ट्रायंगल आप कंसीडर कर लें, एक ट्रायंगल आ बना लिया, एक ट्रायंगल आ कंसीडर कर लिया। आ ट्रायंगल नाम दिता ए बी तो सी का, आ ट्रायंगल नाम दिता पी क्यू तो आर का। हुण कहता प्रूव डैट रेशियो ऑफ एरिया ऑफ टू सिमिलर ट्रायंगल, यानी दो ट्रायंगल आपस के की ने, सिमिलर ने। हुण इस केस में देखो स्टेटमेंट दी हुई है ऑलरेडी सानू, जो सानू स्टेटमेंट दी हुई है आप सीधा गिवन तो स्टार्ट कर लेना। तो गिवन की आ गया टू सिमिलर ट्रायंगल, यानी मैं कह सकता सानू दिता होया ए बी सी ट्रायंगल किहदे सिमिलर है, पी क्यू आर दे। ये मेरा हो गया गिवन। हुण प्रूव की करना है, कहना प्रूव डैट रेशियो ऑफ एरिया ऑफ टू सिमिलर ट्रायंगल, इन्हां दे एरिया का रेशियो, यानी एरिया ऑफ ट्रायंगल ए बी सी अपॉन एरिया ऑफ ट्रायंगल पी क्यू आर इक्वल टू स्क्वेयर ऑफ रेशियो ऑफ देयर कॉरसपोंडिंग साइड। इन्हां दी कॉरसपोंडिंग साइड के स्क्वेयर के रेशियो के बराबर। कॉरसपोंडिंग साइड यानी ए बी अपॉन पी क्यू का स्केयर। देखो हुण सानू एक गल पता, अगर दोनों ट्रायंगल आपस में सिमिलर ने तो साइड का रेशियो का की होगा, सेम ही होगा। चाहे ए बी अपॉन पी क्यू स्केयर की गल कर दीए, चाहे बी सी अपॉन क्यू आर के स्क्वेयर की गल कर दीए, चाहे लास्ट बची हुई साइड ए सी अपॉन पी आर के स्क्वेयर की गल कर दीए, ये सारे क्या होगा, इक्वल होगा। ठीक है जी, कंस्ट्रक्शन की गल कर रहे हैं, कंस्ट्रक्शन कर रहे हैं आप इस पॉइंट तो एक परपेंडिकुलर ड्रॉ कर लिया, नाम दे लिया मान लो इन्हू एम का। इस पॉइंट पर परपेंडिकुलर ड्रॉ कर लिया, नाम देता उन्होंने एन का। तो लिखता आप ड्रॉ ए एम परपेंडिकुलर ऑन बी सी, पी एन परपेंडिकुलर ऑन क्यू आर। ए एम परपेंडिकुलर पाया बी सी तो, क्यू एन परपेंडिकुलर पाया क्यू आर के उत्ते। ठीक हो गया जी। हुण अगे हुण प्रूफ की गल कर रहे हैं। हुण अगेन एरिया ऑफ ट्रायंगल का फॉर्मूला साडे कोल की हुंदा जी, 1/2 बेस इंटू हाइट हुंदा। तो ये लगा रहे हैं एरिया ऑफ, क्योंकि सानू एरिया की गल कर रहे हैं तो एरिया फाइंड करना ही पैना। एरिया ऑफ ट्रायंगल ए बी सी, हुण ए बी सी एरिया क्या होगा, 1/2 बेस की आजू बी सी, हाइट की आजूगी ए एम, 1/2 बी सी इंटू ए एम अपॉन दे विच केड़ा ट्रायंगल पी क्यू आर, एरिया ऑफ ट्रायंगल पी क्यू ते आर। पी क्यू आर का एरिया क्या हो जाएगा, 1/2, यदा बेस की हो जाएगा जी क्यू आर हो जाएगा, तो हाइट क्या हो जाएगी पी एन हो जाएगी। हाफ नाल हाफ क्या हो जाएगा, कट जाएगा। जो बचा आप लिख लिया, साढ़े कोल बचा एरिया ऑफ ट्रायंगल ए बी सी अपॉन एरिया ऑफ ट्रायंगल पी क्यू ते आर इज़ इक्वल टू बी सी इंटू ए एम अपॉन क्यू आर इंटू पी एन। ठीक है जी, आ बन गई साढ़े कोल इक्वेशन नंबर फस्ट। ये साड़ी इक्वेशन फस्ट बन गई। हुण आपां की कर रहे हैं बच्चे, दो छोटे ट्रायंगल लै रहे हैं। एक मैं ट्रायंगल चेक कर रहे हैं ए बी एम, तो दूसरा ले रहे हैं पी क्यू ते एन। तो इन ट्रायंगल ए बी एम एंड पी क्यू ते
PQN, ठीक है जी। ਹੁਣ ਆਪਾਂ ਛੋਟੇ ਟ੍ਰਾਇੰਗਲ ਕਿਉਂ ਰਹੇ ਹਾਂ ਕਿ ਛੋਟੇ ਟ੍ਰਾਇੰਗਲ ਦੀ ਸਾਈਡ ਆ ਰਹੀ ਹੈ AM/PN, ਸਾਨੂੰ ਸਕੇਅਰ ਬਣਾਉਣਾ, ਉਹਦੇ ਕਰਕੇ ਮੈਨੂੰ ਛੋਟੇ ਟ੍ਰਾਇੰਗਲ ਲੈਣੇ ਪੈ ਰਹੇ ਨੇ। ਹੁਣ ਦੇਖੋ ਸਾਨੂੰ ਦਿੱਤਾ ਹੋਇਆ ਸੀ ਦੋਨੋਂ ਟ੍ਰਾਇੰਗਲ ਆਪਸ 'ਚ ਕੀ ਨੇ, ਸਿਮਿਲਰ ਨੇ। ਜੇ ਦੋਨੋਂ ਟ੍ਰਾਇੰਗਲ ਮੇਰੇ ਬੱਚੋਂ ਆਪਸ ਦੇ ਵਿੱਚ ਸਿਮਿਲਰ ਨੇ, ਯਾਨੀ ਕਿ ਇਹਨਾਂ ਦਾ ਸਾਈਡ ਦਾ ਰੇਸ਼ੋ ਸੇਮ ਹੋਏਗਾ, ਤਾਂ ਬਣਾ ਰਹੇ ਹਾਂ। ਦੇਖੋ ਅਗਰ ਦੋਨੋਂ ਟ੍ਰਾਇੰਗਲ ਸਿਮਿਲਰ ਸੀ ਤਾਂ ਜਿਹੜਾ B ਐਂਗਲ ਹੋਏਗਾ ਅਤੇ Q ਐਂਗਲ ਹੋਏਗਾ, ਦੋਨੋਂ ਆਪਸ ਦੇ ਵਿੱਚ ਕੀ ਹੋਣਗੇ, ਸਾਡੇ ਇਕੁਅਲ ਹੋਣਗੇ। ਮੈਂ ਇੱਥੇ ਲਿਖ ਰਿਹਾ ਐਂਗਲ B ਇਕੁਅਲ ਹੋਊਗਾ ਕਿਹਦੇ, ਐਂਗਲ Q ਦੇ। ਐਂਗਲ B ਇਕੁਅਲ ਹੋਏਗਾ Q ਦੇ corresponding angles of similar triangle, corresponding angle of similar triangle, ਕਿਉਂਕਿ ਸਾਨੂੰ ਦਿੱਤਾ ਹੋਇਆ ਸੀ ਦੋਨੋਂ ਟ੍ਰਾਇੰਗਲ ਆਪਸ ਦੇ ਵਿੱਚ ਕੀ ਨੇ, ਸਿਮਿਲਰ ਨੇ। ਤਾਂ ਹੁਣ ਦੂਜੇ ਗੱਲ ਕਰਦੇ ਹਾਂ, ਐਂਗਲ M ਅਤੇ N ਕਿੰਨਾ ਡਿਗਰੀ ਆ ਜਾਊਗਾ, 90 ਡਿਗਰੀ, ਯਾਨੀ ਐਂਗਲ M ਬਰਾਬਰ ਐਂਗਲ N, ਦੋਨੋਂ ਕਿੰਨੇ ਡਿਗਰੀ ਆ ਗਏ, 90 ਡਿਗਰੀ ਹੋ ਗਏ। ਤਾਂ ਜੇ ਦੋ ਐਂਗਲ ਕਿਸੇ ਟ੍ਰਾਇੰਗਲ ਦੇ ਇਕੁਅਲ ਹੁੰਦੇ ਨੇ ਤਾਂ ਬਾਏ ਐਂਗਲ ਕ੍ਰਾਈਟੀਰੀਆ, ਬਾਏ ਐਂਗਲ ਸਿਮਿਲੈਰਿਟੀ, ਦੋਨੋਂ ਟ੍ਰਾਇੰਗਲ ਸਾਡੇ ਕੋਲ ਕੀ ਹੁੰਦੇ ਨੇ, ਸਿਮਿਲਰ। ਟ੍ਰਾਇੰਗਲ ABM ਸਾਡੇ ਕੋਲ ਸਿਮਿਲਰ ਹੋ ਜਾਊਗਾ ਕਿਹਦੇ, PQ ਅਤੇ N ਦੇ। ਅਗਰ ਦੋਨੋਂ ਟ੍ਰਾਇੰਗਲ ਪਿਆਰੇ ਬੱਚੋਂ ਆਪਸ ਦੇ ਵਿੱਚ ਸਿਮਿਲਰ ਨੇ ਤਾਂ ਇਹਨਾਂ ਸਾਈਡਾਂ ਦਾ ਰੇਸ਼ੋ ਸੇਮ ਹੋਊਗਾ, ਯਾਨੀ AB/PQ ਦਾ ਰੇਸ਼ੋ ਬਰਾਬਰ ਹੋਊਗਾ AM/PN ਦੇ। ਅਤੇ ਲਿਖ ਰਹੇ ਹਾਂ AB/PQ ਦਾ ਰੇਸ਼ੋ ਬਰਾਬਰ ਹੋਏਗਾ AM/PN ਦੇ, ਠੀਕ ਹੈ ਜੀ। ਆਹ ਸਾਡੇ ਕੋਲ ਇਕੁਏਸ਼ਨ ਨੰਬਰ ਬਣ ਗਈ 2। ਇਸ ਤੋਂ ਬਾਅਦ ਆਪਾਂ ਲਿਖ ਰਹੇ ਹਾਂ, ਸਾਨੂੰ ਦਿੱਤਾ ਸੀ ABC ਕਿਹਦੇ ਸਿਮਿਲਰ, ਦੋਨੋਂ ਟ੍ਰਾਇੰਗਲ ਆਪਸ 'ਚ ਕਿਹਾ ਸੀ, ਸਿਮਿਲਰ। ਇਹ ਚੀਜ਼ ਸਾਨੂੰ ਕਿਹਾ ਸੀ, ਗਿਵਨ ਸੀ। ਅਗਰ ਦੋਨੋਂ ਟ੍ਰਾਇੰਗਲ ਆਪਸ 'ਚ ਸਿਮਿਲਰ ਸੀ, ਦੋਨੋਂ ਟ੍ਰਾਇੰਗਲ ਆਪਸ ਦੇ ਵਿੱਚ ਕੀ ਸੀ, ਸਿਮਿਲਰ ਸੀ, ਤਾਂ ਇਹਨਾਂ ਦਾ ਸਾਈਡਾਂ ਦਾ ਰੇਸ਼ੋ ਸੇਮ ਹੋਊਗਾ। ਸਾਈਡਾਂ ਦਾ ਰੇਸ਼ੋ ਯਾਨੀ AB/PQ ਬਰਾਬਰ ਹੋਊਗਾ BC/QR ਦੇ, ਅਤੇ ਬਰਾਬਰ ਹੋਊਗਾ ਕਿਹੜਾ ਸਾਈਡ ਬਚ ਗਈ, AC/PR ਦੇ, AC/PR ਦੇ। ਇਹ ਸਾਡੀ ਇਕੁਏਸ਼ਨ ਨੰਬਰ ਬਣ ਗਈ ਕਿਹੜੀ, 3rd, ਠੀਕ ਹੈ ਜੀ। ਹੁਣ ਲਗਭਗ ਫਾਈਨਲਾਈਜ਼ ਦਾ ਆਂਸਰ ਬਸ ਫਰੋਮ ਇਕੁਏਸ਼ਨ 1, 2 ਐਂਡ 3। ਪਹਿਲੀ, ਦੂਜੀ ਅਤੇ ਤੀਜੀ ਇਕੁਏਸ਼ਨ ਨੂੰ ਜਸਟ ਮੈਂ ਕੰਪੇਅਰ ਕਰਨ ਲੱਗਾ ਬੱਚੇ। ਪਹਿਲੀ ਇਕੁਏਸ਼ਨ ਦੇਖੋ, ਪਹਿਲੀ ਇਕੁਏਸ਼ਨ ਕਹਿੰਦੀ ਹੈ ਏਰੀਆ ਆਫ ਟ੍ਰਾਇੰਗਲ ABC ਅਪੋਨ ਏਰੀਆ ਆਫ ਟ੍ਰਾਇੰਗਲ PQR ਇਕੁਅਲ ਕਿਹਦੇ ਸੀਗਾ, BC/QR। ਚਲੋ ਇਹਨੂੰ ਇੱਕ ਮਿੰਟ ਲਈ ਰੋਕ ਰਹੇ ਹਾਂ। ਦੇਖੋ ਇਹ ਆਪਾਂ ਲਿਖ ਲਿਆ, ਇਹ ਪਹਿਲੀ ਇਕੁਏਸ਼ਨ ਯੂਜ਼ ਕੀਤੀ ਹੈ। ਹੁਣ ਦੇਖੋ BC/QR, ਸਾਡੀ ਤੀਸਰੀ ਇਕੁਏਸ਼ਨ ਕਹਿੰਦੀ ਹੈ BC/QR ਕਿਹਦੇ ਬਰਾਬਰ ਹੈ, AB/PQ ਦੇ। ਤਾਂ ਮੈਂ ਇਸ BC/QR ਦੀ ਜਗ੍ਹਾ ਮੈਂ AB/PQ ਲਿਖਦਾ, ਕੋਈ ਦਿੱਕਤ ਨਹੀਂ ਹੈ। ਉਸ ਤੋਂ ਬਾਅਦ AM/PN ਆਇਆ। ਸੈਕਿੰਡ ਇਕੁਏਸ਼ਨ ਕਹਿੰਦੀ ਹੈ AM/PN ਵੀ ਕਿਹਦੇ ਇਕੁਅਲ ਹੈ, AB/PQ ਦੇ। ਤਾਂ ਇੱਥੋਂ ਕੀ ਬਣ ਜਾਊਗਾ, AB ਦਾ ਸਕੁਆਇਰ, PQ ਦਾ ਸਕੁਆਇਰ। ਤਾਂ ਇੱਥੇ ਸਾਡਾ ਆਂਸਰ ਪ੍ਰੂਵ ਹੋ ਗਿਆ। ਸਿਮਿਲਰਲੀ ਏਰੀਆ ਆਫ ਟ੍ਰਾਇੰਗਲ ABC ਅਪੋਨ ਏਰੀਆ ਆਫ ਟ੍ਰਾਇੰਗਲ PQR ਇਕੁਅਲ ਹੋ ਜਾਊਗਾ AB/PQ ਸਕੁਆਇਰ, ਕਿਉਂਕਿ ਦੋਨੋਂ ਟ੍ਰਾਇੰਗਲ ਆਪਸ ਸਿਮਿਲਰ ਸੀ ਤਾਂ ਰੇਸ਼ੋ ਸੇਮ ਹੋਊਗਾ, BC/QR ਸਕੁਆਇਰ ਇਕੁਅਲ ਟੂ AC/PR ਦੇ ਸਕੁਆਇਰ ਦੇ, ਠੀਕ ਹੈ ਜੀ। ਇੱਥੇ ਹੁਣ ਸਾਡੀ ਆਹ ਥਿਊਰਮ ਵੀ ਹੁੰਦੀ ਆ ਪ੍ਰੂਵ। ਓਕੇ, ਮੂਵ ਕਰਦੇ ਹਾਂ ਆਪਣੀ ਨੈਕਸਟ ਥਿਊਰਮ ਦੇ ਵੱਲ। ਹਾਂਜੀ, ਨੈਕਸਟ ਥਿਊਰਮ ਹੈ ਸਾਡੇ ਕੋਲ ਸਟ੍ਰੇਟ ਐਂਡ ਪ੍ਰੂਵ ਪਾਈਥਾਗੋਰਸ ਥਿਊਰਮ ਪ੍ਰੂਵ ਕਰਨੀ ਹੈ। ਤਾਂ ਪਹਿਲੇ ਆ ਜਾਂਦੀ ਹੈ ਸਟੇਟਮੈਂਟ, ਪਹਿਲਾਂ ਸਟੇਟਮੈਂਟ ਲਿਖ ਦਿੰਦੇ ਹਾਂ। ਸਟੇਟਮੈਂਟ ਹੈ ਇਨ ਆ right angle triangle square of hypotenuse is equal to sum of square of other two ਸਾਈਡ। ਕਹਿੰਦਾ ਇੱਕ ਰਾਈਟ ਐਂਗਲ ਟ੍ਰਾਇੰਗਲ ਦੇ ਅੰਦਰ ਹਾਈਪੋਟੇਨਸ ਸਕੁਆਇਰ, ਬਾਕੀ ਬਚੀਆਂ ਹੋਈਆਂ ਦੋ ਸਾਈਡਾਂ ਸਕੁਆਇਰ ਦੇ ਸਮ ਦੇ ਬਰਾਬਰ ਹੁੰਦਾ। ਤਾਂ ਲੈ ਰਹੇ ਹਾਂ ਇੱਕ ਰਾਈਟ ਐਂਗਲ ਟ੍ਰਾਇੰਗਲ ਬਣਾ ਲਿਆ, ਠੀਕ ਹੈ। ਕਿਸੇ ਵੀ ਤਰੀਕੇ ਨਾਲ ਮੈਂ ਕੰਸੀਡਰ ਕਰ ਸਕਦਾ, ਠੀਕ ਹੈ। ਟ੍ਰਾਇੰਗਲ ਲੈ ਲਿਆ AB ਅਤੇ C, ਠੀਕ ਹੈ। ਹੁਣ ਇਹਦੇ ਵਿੱਚ ਉੱਦਾਂ ਹੀ ਆਪਾਂ ਗਿਵਨ ਟੂ ਪ੍ਰੂਫ ਸਭ ਕੁਝ ਲਿਖਾਂਗੇ। ਪਹਿਲਾਂ ਆ ਗਿਆ ਜੀ ਗਿਵਨ ਕੀ ਹੈ, ਸਾਡੇ ਕੋਲ ਇੱਕ ਰਾਈਟ ਐਂਗਲ ਟ੍ਰਾਇੰਗਲ ਹੈ, ਤਾਂ ਆਪਾਂ ਲਿਖ ਦਾਂਗੇ ਟ੍ਰਾਇੰਗਲ ABC ਇਜ਼ ਰਾਈਟ ਐਂਗਲ ਟ੍ਰਾਇੰਗਲ ਐਟ B। ਕਿਸ ਪੁਆਇੰਟ 'ਤੇ ਰਾਈਟ ਐਂਗਲ ਹੈ, ਐਟ ਪੁਆਇੰਟ B 'ਤੇ ਉੱਤੇ ਰਾਈਟ ਐਂਗਲ ਹੈ। ਟੂ ਪ੍ਰੂਵ, ਆਪਾਂ ਪ੍ਰੂਵ ਕਰਨਾ ਕੀ ਹੈ ਇਹਦੇ ਵਿੱਚ, ਕਿ ਇਹਨਾਂ ਰਾਈਟ ਐਂਗਲ ਸਕੁਆਇਰ ਆਫ ਹਾਈਪੋਟੇਨਸ ਕਿਹੜੀ ਹੁੰਦੀ ਹੈ, ਸਭ ਤੋਂ ਵੱਡੀ ਸਾਈਡ, ਦੈਟ ਇਜ਼ AC ਦਾ ਸਕੁਆਇਰ ਇਕੁਅਲ ਹੋਏਗਾ ਸਮ ਆਫ ਸਕੁਆਇਰ ਆਫ ਅਦਰ ਟੂ ਸਾਈਡ, ਯਾਨੀ AB ਸਕੁਆਇਰ ਪਲੱਸ BC ਦੇ ਸਕੁਆਇਰ ਦੇ, ਠੀਕ ਹੈ। ਕੰਸਟਰਕਸ਼ਨ ਕਰ ਰਹੇ ਹਾਂ ਥੋੜ੍ਹੀ ਜਿਹੀ। ਕੰਸਟਰਕਸ਼ਨ ਨੇ ਕੀ ਕੀਤਾ, ਇਸ B ਪੁਆਇੰਟ ਤੋਂ ਇੱਕ ਪਰਪੈਂਡੀਕੂਲਰ ਡਰਾਅ ਕਰ ਲਿਆ, ਨਾਮ ਦੇਤਾ ਜੀ ਦਾ ਡਰਾਅ BD ਪਰਪੈਂਡੀਕੂਲਰ ਔਨ BD ਪਰਪੈਂਡੀਕੂਲਰ ਕਿਹਦੇ ਉੱਤੇ ਪਾਇਆ, AC ਦੇ ਉੱਤੇ ਪਾਇਆ, ਠੀਕ ਹੈ ਜੀ। ਹੁਣ ਪ੍ਰੂਫ ਸਟਾਰਟ ਕਰ ਰਹੇ ਹਾਂ ਬੱਚੇ। ਦੋ ਟ੍ਰਾਇੰਗਲ ਲੈ ਕੇ ਸਿਮਿਲਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਦੋ ਟ੍ਰਾਇੰਗਲ ਹੈ, ਇੱਕ ਟ੍ਰਾਇੰਗਲ ਹੈ ADB ਇਨ ਟ੍ਰਾਇੰਗਲ ADB
ਐਂਡ ਦੂਜਾ ਟਰਾਇੰਗਲ ਆ ਏ ਬੀ ਸੀ ਐਂਡ ਟਰਾਇੰਗਲ ਏ ਬੀ ਅਤੇ ਸੀ ਇਹਨੂੰ ਸਿਮਿਲਰ ਕਰਨੇ ਆ। ਦੇਖੋ ਜੇ ਏ ਡੀ ਬੀ ਟਰਾਇੰਗਲ ਦੇ ਅੰਦਰ ਐਂਗਲ ਏ ਆਉਂਦਾ, ਏ ਬੀ ਸੀ ਦੇ ਵੀ ਅੰਦਰ ਐਂਗਲ ਏ ਆਉਂਦਾ, ਤਾਂ ਐਂਗਲ ਏ ਸਾਡਾ ਕਿਆ ਹੋ ਜਾਏਗਾ ਕਾਮਨ ਐਂਗਲ। ਕੀ ਕਹਿਲਾਏਗਾ ਇਹ ਸਾਡਾ ਕਾਮਨ ਐਂਗਲ। ਹੁਣ ਇੱਥੇ ਗੱਲ ਕਰਦੇ ਹਾਂ ਐਂਗਲ ਏ ਡੀ ਬੀ, ਜਿਹੜਾ ਡੀ ਐਂਗਲ ਆ ਰਿਹਾ ਅਤੇ ਏ ਬੀ ਸੀ ਆ ਬੀ ਐਂਗਲ ਆ ਰਿਹਾ ਕਿੰਨਾ ਡਿਗਰੀ 90 ਡਿਗਰੀ। ਤਾਂ ਲਿਖ ਦਿੰਦੇ ਹਾਂ ਐਂਗਲ ਏ ਡੀ ਬੀ ਇਜ਼ ਇਕੁਅਲ ਟੂ ਐਂਗਲ ਬੀ ਕਿੰਨਾ ਡਿਗਰੀ ਈਚ 90 ਡਿਗਰੀ। ਤਾਂ ਦੋ ਐਂਗਲ ਇਕੁਅਲ ਹੁਣ ਤਾਂ ਬਾਏ ਐਂਗਲ ਸਿਮਿਲੈਰਿਟੀ, ਬਾਈ ਐਂਗਲ ਸਿਮਿਲੈਰਿਟੀ ਟਰਾਇੰਗਲ ਏ ਡੀ ਬੀ, ਟਰਾਇੰਗਲ ਏ ਡੀ ਬੀ ਸਾਡਾ ਸਿਮਿਲਰ ਹੋਊਗਾ ਟਰਾਇੰਗਲ ਏ ਬੀ ਅਤੇ ਸੀ ਦੇ ਨਾਲ। ਦੋਨੋਂ ਟਰਾਇੰਗਲ ਆਪਸ 'ਚ ਕੀ ਹੋ ਗਏ ਸਿਮਿਲਰ। ਅਗਰ ਦੋਨੋਂ ਟਰਾਇੰਗਲ ਆਪਸ 'ਚ ਸਿਮਿਲਰ ਹੁੰਦੇ ਨੇ ਉਹਨਾਂ ਦੀ ਸਾਈਡ ਕਿਆ ਹੁੰਦੀਆਂ ਨੇ ਪ੍ਰਪੋਰਸ਼ਨਲ ਹੁੰਦੀਆਂ ਨੇ, ਤਾਂ ਸਾਈਡ ਦਾ ਆਪਾਂ ਰੇਸ਼ੋ ਬਣਾ ਰਹੇ ਹਾਂ। ਤਾਂ ਸਾਈਡ ਦਾ ਰੇਸ਼ੋ ਵਿੱਚ ਆਪਾਂ ਬਣਾਵਾਂਗੇ, ਦੇਖੋ ਐਂਗਲ ਦੇ ਅਕੋਰਡਿੰਗ ਹਮੇਸ਼ਾ ਸਾਈਡ ਦਾ ਰੇਸ਼ੋ ਕੰਸੀਡਰੇਸ਼ਨ ਦੇ ਵਿੱਚ ਆਉਂਦਾ ਹੁੰਦਾ, ਤਾਂ ਉਹਦੇ ਅਕੋਰਡਿੰਗ ਹੀ ਆਪਾਂ ਲੈ ਕੇ ਚੱਲਾਂਗੇ। ਜਿਵੇਂ ਇੱਥੇ 90 ਡਿਗਰੀ ਦੇ ਸਾਹਮਣੇ ਅਗਰ ਮੈਂ ਗੱਲ ਕਰ ਲਵਾਂ ਤਾਂ ਆਹ 90 ਦੇ ਸਾਹਮਣੇ ਸਾਡੇ ਕੋਲ ਕਿਹੜੀ ਸਾਈਡ ਆ ਜੂਗੀ ਏ ਬੀ ਆ ਜੂਗੀ। ਬੜੇ ਟਰਾਇੰਗਲ 90 ਦੇ ਸਾਹਮਣੇ ਕਿਹੜੀ ਸਾਈਡ ਆ ਜੂਗੀ ਏ ਸੀ ਸਾਈਡ ਆ ਜੂਗੀ। ਉਸ ਤੋਂ ਬਾਅਦ ਐਂਗਲ ਏ ਦੇ ਸਾਹਮਣੇ ਕਿਹੜੀ ਸਾਈਡ ਆ ਜੂਗੀ ਡੀ ਬੀ ਆ ਜੂਗੀ ਜਾਂ ਬੀ ਡੀ, ਅਤੇ ਏ ਦੇ ਸਾਹਮਣੇ ਬੜੇ ਟਰਾਇੰਗਲ 'ਚ ਕਿਹੜੀ ਸਾਈਡ ਆ ਜੂਗੀ ਬੀ ਸੀ ਆ ਜੂਗੀ। ਇਕੁਅਲ ਟੂ ਲਾਸਟ ਕਿਹੜਾ ਐਂਗਲ ਰਹਿ ਗਿਆ ਛੋਟਾ ਐਂਗਲ ਰਹਿ ਗਿਆ, ਇਹਦੇ ਸਾਹਮਣੇ ਸਾਈਡ ਕਿਹੜੀ ਆ ਜਾਏਗੀ ਏ ਡੀ ਆ ਜਾਏਗੀ, ਅਤੇ ਉਸੇ ਵਿੱਚ ਸੀ ਦੇ ਸਾਹਮਣੇ ਕਿਹੜੀ ਸਾਈਡ ਆ ਜਾਏਗੀ ਅਗੇਨ ਏ ਬੀ ਆ ਜਾਏਗੀ। ਓਕੇ ਹੋ ਗਿਆ। ਤਾਂ ਮੈਂ ਦੋ ਸਾਈਡਾਂ ਦੇ ਵਿੱਚ ਏ ਬੀ ਸੇਮ ਦਿਖ ਰਿਹਾ, ਇੱਥੇ ਮੈਂ ਲਿਖ ਦੂੰਗਾ ਸਾਈਡਸ ਆਰ ਪ੍ਰਪੋਰਸ਼ਨਲ, ਸਾਈਡਸ ਆਰ ਪ੍ਰਪੋਰਸ਼ਨਲ। ਹੁਣ ਕਈਆਂ ਨੂੰ ਆ ਚੀਜ਼ ਨਹੀਂ ਸਮਝ ਆਊਗੀ, ਮੈਂ ਐਂਗਲ ਦੇ ਅਕੋਰਡਿੰਗ ਕੀ ਕੀਤਾ ਉਹ ਫਿਰ ਐਂ ਕਰ ਲੈਣਾ। ਦੇਖੋ ਪਹਿਲੇ ਦੋ ਦਾ ਰੇਸ਼ੋ ਕੀ ਲਿਖਿਆ ਏ ਡੀ, ਫਿਰ ਇੱਥੋਂ ਪਹਿਲੀ ਦੋ ਅਪੋਨ ਏ ਬੀ, ਅਗਲੀ ਦੋ ਕੀ ਆ ਗਈ ਡੀ ਬੀ ਆ ਲਿਖੇ ਡੀ ਬੀ, ਅਤੇ ਅਗਲੀ ਦੋ ਕੀ ਆ ਗਈ ਬੀ ਸੀ। ਠੀਕ ਹੈ ਜੀ। ਹੁਣ ਵਿੱਚ ਵਾਲੀ ਛੱਡਤਾ ਪਹਿਲੀ ਅਤੇ ਤੀਜੀ ਕੀ ਆ ਗਈ ਏ ਬੀ ਅਤੇ ਪਹਿਲੀ ਤੀਜੀ ਕੀ ਆ ਗਈ ਏ ਸੀ। ਤੁਸੀਂ ਉੱਦਾਂ ਫਿਲਹਾਲ ਹੀ ਯਾਦ ਕਰ ਸਕਦੇ ਹੋ ਸਾਈਡਸ ਆਰ ਪ੍ਰਪੋਰਸ਼ਨਲ। ਜਿਹੜੀ ਮੈਨੂੰ ਚਾਹੀਦੀਆਂ ਨੇ ਮੈਂ ਅਗੇਨ ਲਿਖ ਲਈਆਂ, ਮੈਨੂੰ ਏ ਬੀ ਅਪੋਨ ਏ ਸੀ ਅਤੇ ਚਾਹੀਦੀ ਹੈ ਕਿ ਏ ਡੀ ਅਪੋਨ ਏ ਬੀ। ਉਹਨਾਂ ਨੂੰ ਮਲਟੀਪਲਾਈ ਕਰਾਉਂਗੇ ਕ੍ਰੋਸ ਮਲਟੀਪਲਾਈ, ਤਾਂ ਕਿੰਨਾ ਆ ਜੂਗਾ ਇੱਥੇ ਏ ਬੀ ਦਾ ਸਕੇਅਰ, ਇੱਥੇ ਆ ਜੂਗਾ ਏ ਡੀ ਡੋਟ ਏ ਸੀ। ਇੱਥੇ ਡੋਟ ਦਾ ਮਤਲਬ ਸਾਨੂੰ ਕੀ ਪਤਾ ਲੱਗ ਰਿਹਾ ਇੱਥੇ ਆ ਮਲਟੀਪਲੀਕੇਸ਼ਨ ਪਾਈ ਹੋਈ ਆ ਇਕੁਏਸ਼ਨ ਨੰਬਰ ਬਣ ਗਈ 1। ਹੁਣ ਅਗੇਨ ਇਨ ਟਰਾਇੰਗਲ, ਹੁਣ ਦੇਖੋ ਫੇਰ ਛੋਟਾ ਟਰਾਇੰਗਲ ਪਹਿਲਾਂ ਆਪਾਂ ਆਹ ਅਤੇ ਬੜਾ ਕੰਸੀਡਰ ਕਰਿਆ ਸੀ, ਹੁਣ ਇੱਥੋਂ ਆਹ ਛੋਟਾ ਟਰਾਇੰਗਲ ਲੈ ਰਹੇ ਹਾਂ ਕਿਹੜਾ ਬੀ ਡੀ ਅਤੇ ਸੀ। ਇਨ ਟਰਾਇੰਗਲ ਬੀ ਡੀ ਸੀ ਛੋਟੇ ਵਾਲਾ ਅਤੇ ਏ ਬੀ ਸੀ, ਇਨ ਟਰਾਇੰਗਲ ਬੀ ਡੀ ਸੀ ਐਂਡ ਟਰਾਇੰਗਲ ਏ ਬੀ ਸੀ, ਬੀ ਡੀ ਸੀ ਅਤੇ ਏ ਬੀ ਸੀ ਸਿਮਿਲਰ ਕਰਦੇ ਹਾਂ। ਦੇਖੋ ਬੀ ਡੀ ਸੀ ਟਰਾਇੰਗਲ ਦੇ ਅੰਦਰ ਆ ਸੀ ਐਂਗਲ ਆਉਂਦਾ, ਠੀਕ ਹੈ, ਤਾਂ ਏ ਬੀ ਸੀ ਦੇ ਅੰਦਰ ਵੀ ਐਂਗਲ ਸੀ ਆਉਂਦਾ, ਇਹ ਕੀ ਹੋ ਜੂ ਕਾਮਨ ਐਂਗਲ ਸੀ ਇਕੁਅਲ ਐਂਗਲ ਸੀ। ਇਹ ਸਾਡਾ ਕਿਹੜਾ ਐਂਗਲ ਹੋ ਗਿਆ ਜੀ, ਇਹ ਹੋ ਗਿਆ ਸਾਡਾ ਕਾਮਨ ਐਂਗਲ। ਉਸ ਤੋਂ ਬਾਅਦ ਡੀ ਐਂਗਲ ਅਤੇ ਬੀ ਐਂਗਲ ਕਿੰਨਾ ਡਿਗਰੀ 90, ਯਾਨੀ ਬੀ ਡੀ ਸੀ ਐਂਗਲ ਬੀ ਡੀ ਸੀ ਇਕੁਅਲ ਟੂ ਐਂਗਲ ਬੀ ਕਿੰਨਾ ਡਿਗਰੀ ਈਚ 90 ਡਿਗਰੀ। तो बस बाय एंगल सिमिलैरिटी बाय एंगल सिमिलैरिटी दोनों ट्रायंगल बी डी सी किहदे सिमिलर होगा ट्रायंगल ए बी सी दे। फिर साइड का रेशो सेम होगा, साइड का रेशो तुसीं उदां बना लो एंगल के अकॉर्डिंग जां इदां। पहली साइड किहड़ी आ जाएगी इत्थों बी डी अपॉन ए बी, हुण पहला छड्ड दो दूजे तो डी सी अपॉन बी सी, हुण दूजा छड्ड दो पहला तीजा बी सी अपॉन ए ते सी। हुण देखो इत्थों साडे कोल स्केयर बन जाएगा यानी बी सी इंटू बी सी स्केयर, इत्थों आ जाएगा डी सी डॉट ए सी। आ बन गई साडी इक्वेशन नंबर सैकेंड। ऐड कर रहे हैं इक्वेशन 1 ते 2 नूं, एडिंग इक्वेशन 1 एंड 2। देखो फस्ट इक्वेशन दे विच ए बी स्केयर इत्थे की है बी सी स्केयर, यानी इधर आ जाऊगा ए बी स्केयर प्लस दे विच बी सी दा स्केयर इज इक्वल टू उहदी राइट दे विच की है ए डी डॉट ए सी प्लस इत्थे आ जाऊगा डी सी डॉट ए सी। ए बी स्केयर प्लस बी सी स्केयर, हुण इन्हां विच देखो दोनों दे विच ए सी कॉमन है, तो ए सी कॉमन लेना तो बचूगा कि ए डी प्लस डी सी, ए बी स्केयर प्लस बी सी स्केयर एज इट इज़ इक्वल टू ए सी ए डी प्लस डी सी। देखो ए डी के अंदर अगर मैं डी सी भी ऐड करदा पूरी लाइन बन जूगी कि ए ते सी। ओके हो गया। हुण ए बी स्केयर प्लस बी सी स्केयर ए सी इंटू ए सी की बन जूगा ए सी का स्केयर। तो यही चीज़ आपां की करनी सी प्रूव करनी सी, ते इत्थे अपना हैंस प्रूवड। मूव कर रहे हैं नैक्सट थ्योरम के वाल। ठीक है जी, 6वें चैप्टर ट्रायंगल की है साड़ी लास्ट थ्योरम है ना, 4 थ्योरम ये एक सर्कल की, ये 5 थ्योरम मोस्ट इंपॉर्टेंट ने, ये एक 101% श्योर ही है, 101% श्योर। ठीक है, 6वें चैप्टर की लास्ट जी चौथी थ्योरम पढ़ने जा रहे हैं। प्रूव डैट इन अ ट्रायंगल इफ स्क्वेयर ऑफ। तो एक चीज़ मैं चलो पढ़ने तो पहले दसदा, एक चीज़ का बहुत ध्यान रखना, स्टेटमेंटों बहुत ध्यान नाल देखना। बच्चे आही कन्फ्यूजन हो जाती है, ये पाइथागोरस की है कि पाइथागोरस की कन्वर्स की है, क्योंकि जिवें आप आ जी थ्योरम है ये पाइथागोरस का कन्वर्स है। ये लास्ट आप प्रूव करना है कि टू एंगल अपोजिट टू फस्ट साइड इज़ राइट एंगल, अच्छे राइट एंगल प्रूव करना है। तो पिछे मैं तुहानूं दिखाना जी आप हुणे हुणे वो करी है। ये की सीगा कदे कदे ना पेपर 'च थ्योरम आ लिखिया होंदा प्रूव डैट इन अ राइट एंगल ट्रायंगल, तो आप प्रूव करना होंदा सम ऑफ स्क्वायर ऑफ अदर 2 साइड। जिथे स्टार्टिंग 'च राइट एंगल होंदा वो पाइथागोरस नूं कन्वर्ट मतलब कंसीडर करनी है, तो जिथे आप प्रूव करना है कि राइट एंगल ट्रायंगल है वो क्या कन्वर्स ऑफ पाइथागोरस है। ठीक है, इस चीज़ बड़ा ध्यान नाल लाके करना, गलत ना कर जाना। प्रूव डैट इन अ ट्रायंगल इफ स्क्वेयर ऑफ वन साइड,
एक ट्रायंगल कंसीडर कर लेंगे, ठीक है। कोई भी ट्रायंगल ले लिया, देखो राइट एंगल पर कई ले लिया क्योंकि मैं 90 एंगल प्रूव करना है। नाम दे लिया इनू ए बी, तो इस पॉइंट ਨੂੰ नाम दे लिया कहता सी का। कहता इन अ ट्रायंगल इफ स्क्वेयर ऑफ वन साइड, कोई एक साइड का स्क्वेयर, मैं ए सी ले ली, स्क्वेयर ऑफ वन साइड ए सी स्क्वेयर, कहता इज इक्वल टू बराबर पा लिया, सम का मतलब प्लस स्क्वेयर ऑफ अदर टू साइड ਕਿਹੜੀ ए बी तो बी सी, ए बी स्क्वेयर प्लस बी सी के स्क्वेयर के बराबर होवे। कहता ना एंगल अपोजिट टू फर्स्ट साइड जी पहली साइड ਲਈ ਸੀ, ਇਹਦੇ ਸਾਹਮਣੇ ਵਾਲਾ ਜਿਹੜਾ एंगल ਹੋਊਗਾ ਇਹ ਕਿੰਨਾ डिग्री ਹੋਊਗਾ 90 डिग्री। ਆਪਾਂ प्रूव करना फिर टू प्रूव एंगल बी इज इक्वल टू 90 डिग्री, ठीक है जी। आप प्रूव कर देना कि एंगल बी की होगा 90 डिग्री होगा, तो ट्रायंगल की होगा कि राइट एंगल ट्रायंगल बन जाऊगा, ठीक है। तो ये कंस्ट्रक्शन कर रहे हैं, देखो कंस्ट्रक्शन के मैं की लिया, एक मैं एक नवा ट्रायंगल कंसीडर कर लिया, राइट एंगल ट्रायंगल पी क्यू आर, ठीक है। ड्रॉ आ राइट एंगल ट्रायंगल पी क्यू आर, ड्रॉ अ राइट एंगल ट्रायंगल पी क्यू आर सच डैट पी क्यू इक्वल टू ए बी, क्यू आर इक्वल टू बी सी। मैं एक ਇਹੋ ਜਿਹਾ राइट एंगल ट्रायंगल बनाया ਜਿਹਦੇ ਵਿੱਚ मैं पी क्यू की लेंथ कितनी ਲਈ बी सी ਲਈ, क्यू आर की लेंथ कितनी ਲਈ बी सी ਲਈ। ਹੁਣ ਕਈ ਜਵਾਕ ਐਂ ਕਹਿੰਦੇ ਨੇ ਕਿ ਸਰ ਤੀਜੀ ਸਾਈਡ ਵੀ ਇਕੁਅਲ ਲੈ ਲਓ, ਮੈਂ ਕਿਹਾ ਫਿਰ ਤਾਂ ਕੰਮ ਹੀ ਮੁੱਕ ਗਿਆ। ਦੇਖੋ ਦੋ ਸਾਈਡ ਆਪਾਂ ਟਰਾਇੰਗਲ ਦੀ ਇਕੁਅਲ ਬਣਾ ਸਕਦੇ ਹਾਂ, ਤੀਜੀ ਸਾਈਡ ਤਾਂ ਹੀ ਇਕੁਅਲ ਆਊਗੀ ਜੇ ਉਹਨਾਂ ਦੇ ਵਿੱਚ ਦਾ ਐਂਗਲ ਸੇਮ ਹੋਊਗਾ। ਜੇ ਇੱਥੇ 90 ਹੈ, ਜੇ ਇੱਥੇ ਵੀ 90 ਹੋਊਗਾ ਤਾਂ ਹੀ ਇਹ ਦੋ ਸਾਈਡਾਂ ਬਰਾਬਰ ਹੋਣਗੀਆਂ। ਜੇ ਮੰਨ ਲਓ ਇੱਥੇ ਐਂਗਲ 60 ਹੋ ਗਿਆ, ਫਿਰ ਦੋ ਸਾਈਡਾਂ ਤਾਂ ਕਦੇ ਇਕੁਅਲ ਹੋ ਹੀ ਨਹੀਂ ਸਕਦੀਆਂ, ਤੀਜੀ ਵਾਲੀ ਸਾਈਡ ਤਾਂ ਇਕੁਅਲ ਹੋ ਨਹੀਂ ਸਕਦੀ। ਇਸੇ ਕਰਕੇ ਆਪਾਂ ਕਿਸੇ ਵੀ ਟਰਾਇੰਗਲ ਦੀਆਂ ਦੋ ਸਾਈਡਾਂ ਤਾਂ ਬਰਾਬਰ ਰੱਖ ਸਕਦੇ ਹਾਂ, ਬਟ ਤੀਜੀ ਸਾਈਡ ਇਕੁਅਲ ਆਉਣ ਲਈ ਉਹਨਾਂ ਦੋ ਸਾਈਡਾਂ ਦੇ ਵਿੱਚ ਦਾ ਐਂਗਲ ਬਰਾਬਰ ਹੋਣਾ ਜ਼ਰੂਰੀ ਹੈ। ਇਸੇ ਕਰਕੇ ਆਪਾਂ ਤੀਜੀ ਸਾਈਡ ਇਕੁਅਲ ਨਹੀਂ ਲਿਖੀ, ਆਪਾਂ ਤੀਜੀ ਸਾਈਡ ਇਕੁਅਲ ਪ੍ਰੂਵ ਕਰਾਂਗੇ। ਜਦੋਂ ਤੀਜੀ ਸਾਈਡ ਇਕੁਅਲ ਆ ਗਈ ਫਿਰ ਕਹਾਂਗੇ ਇਹਨਾਂ ਲਾਈਨਾਂ ਦੇ ਵਿੱਚ ਦਾ ਐਂਗਲ ਵੀ ਕੀ ਸੀ, ਇਕੁਅਲ ਸੀ, ਠੀਕ ਹੈ ਜੀ। ਪ੍ਰੂਫ ਸਟਾਰਟ ਕਰ ਰਹੇ ਹਾਂ, ਠੀਕ ਹੈ। ਤਾਂ ਇਨ ਟਰਾਇੰਗਲ ਪੀ ਕਿਊ ਆਰ ਕੀ ਹੈ, ਇੱਕ ਰਾਈਟ ਐਂਗਲ ਟਰਾਇੰਗਲ ਹੈ ਯੂਜ਼ਿੰਗ ਪੀ ਜੀ ਟੀ। ਤਾਂ ਉਹਦੇ ਵਿੱਚ ਆਪਾਂ ਪਾਇਥਾਗੋਰਸ ਥਿਊਰਮ ਕੰਸੀਡਰ ਕਰ ਸਕਦੇ ਹਾਂ। ਕੀ ਆ ਜਾਊਗਾ, ਪੀ ਆਰ ਦਾ ਸਕੁਏਅਰ ਇਜ਼ ਇਕੁਅਲ ਟੂ ਪੀ ਕਿਊ ਸਕੁਏਅਰ ਪਲੱਸ ਕਿਊ ਆਰ ਦਾ ਸਕੁਏਅਰ, ਠੀਕ ਹੋ ਗਿਆ। ਪੀ ਆਰ ਸਕੁਏਅਰ ਇਜ਼ ਇਕੁਅਲ ਟੂ, ਹੁਣ ਸਾਨੂੰ ਆਪਾਂ ਕੰਸਟਰਕਸ਼ਨ ਕਰੀ ਆ ਪੀ ਕਿਊ ਕਿਹਦੇ ਬਰਾਬਰ ਏ ਬੀ ਦੇ, ਤਾਂ ਪੀ ਕਿਊ ਨੂੰ ਕੀ ਲਿਖ ਲਿਆ ਏ ਬੀ ਲਿਖ ਲਿਆ, ਕਿਊ ਆਰ ਨੂੰ ਕੀ ਲਿਖ ਲਿਆ ਬੀ ਸੀ ਲਿਖ ਲਿਆ। ਪੀ ਆਰ ਸਕੁਏਅਰ ਇਜ਼ ਇਕੁਅਲ ਟੂ, ਹੁਣ ਸਾਨੂੰ ਗਿਵਨ ਸੀ ਏ ਬੀ ਸਕੁਏਅਰ ਪਲੱਸ ਬੀ ਸੀ ਸਕੁਏਅਰ ਕਿਹਦੇ ਇਕੁਅਲ ਹੈ ਜੀ, ਏ ਸੀ ਸਕੁਏਅਰ ਦੇ। ਤੈਨੂੰ ਕਿਆ ਲਿਖਤਾ ਏ ਸੀ ਸਕੁਏਅਰ ਰੂਟ ਕਰਾਂਗੇ ਦੋਨੋਂ ਸਾਈਡ, ਤਾਂ ਪੀ ਆਰ ਕਿਹਦੇ ਇਕੁਅਲ ਆ ਜਾਊਗਾ, ਏ ਸੀ ਦੇ ਇਕੁਅਲ ਆ ਜਾਊਗਾ। ਨਾਓ in triangle ਪੀ ਕਿਊ ਆਰ ਐਂਡ ਏ ਬੀ ਸੀ। ਹੁਣ ਜਿਹੜਾ ਪੀ ਕਿਊ ਆਰ ਅਤੇ ਏ ਬੀ ਸੀ ਟਰਾਇੰਗਲ ਨੂੰ ਦੁਬਾਰਾ ਦੇਖੋ, ਆਪਾਂ ਕੰਸਟਰਕਸ਼ਨ ਪੀ ਕਿਊ ਕਿਹਦੇ ਬਰਾਬਰ ਬਣਾਇਆ ਸੀ, ਏ ਬੀ ਦੇ। ਦੇਖੋ ਕੰਸਟਰਕਸ਼ਨ ਕਰੀ ਹੋਈ ਆ ਪੀ ਕਿਊ ਬਰਾਬਰ ਏ ਬੀ ਦੇ, ਕਿਊ ਆਰ ਕਿਹਦੇ ਬਰਾਬਰ ਰੱਖਿਆ ਸੀ ਬੀ ਸੀ ਦੇ। ਇਹ ਦੋ ਆਪਾਂ ਕੀ ਕੀਤੀਆਂ ਸੀ ਕੰਸਟਰਕਸ਼ਨ, ਅਤੇ ਸਾਡਾ ਪੀ ਆਰ ਕਿਹਦੇ ਇਕੁਅਲ ਆਇਆ ਜੀ ਏ ਸੀ ਦੇ। ਇਹ ਕੀ ਕੀਤਾ ਆਪਾਂ ਪ੍ਰੂਵ ਕੀਤਾ, ਪ੍ਰੂਵਡ ਅਬਵ, ਇਹ ਆਪਾਂ ਪ੍ਰੂਵ ਕਰਕੇ ਦਿਖਾਇਆ। ਹੁਣ ਅਗਰ ਦੋਨੋਂ ਟਰਾਇੰਗਲ ਦੀਆਂ ਤਿੰਨੋਂ ਸਾਈਡਾਂ ਆਪਸ ਦੇ ਵਿੱਚ ਕੀ ਹੋਣ ਬਰਾਬਰ ਹੋਣ, ਬਾਏ ਐਸ ਕੌਨਗੂਰੈਂਸੀ, ਦੋਨੋਂ ਟਰਾਇੰਗਲ ਆਪਸ ਦੇ ਵਿੱਚ ਕੀ ਹੋਣਗੇ ਕੌਂਗਰੈਂਟ ਹੋਣਗੇ, ਸਿਮਿਲਰ ਨਹੀਂ ਹੋਣਗੇ ਬੱਚੇ। ਕੀ ਹੋਣਗੇ, ਜੋ ਸਾਈਡਾਂ ਬਰਾਬਰ ਹੁੰਦੀਆਂ ਨੇ ਟਰਾਇੰਗਲ ਕੀ ਹੁੰਦੇ ਨੇ ਕੌਂਗਰੈਂਟ ਹੁੰਦੇ ਨੇ। ਯਾਨੀ ਟਰਾਇੰਗਲ ਪੀ ਕਿਊ ਆਰ ਕੌਂਗਰੈਂਟ ਟੂ ਟਰਾਇੰਗਲ ਏ ਬੀ ਸੀ। ਅਗਰ ਦੋਨੋਂ ਟਰਾਇੰਗਲ ਆਪਸ ਦੇ ਵਿੱਚ ਕੌਂਗਰੈਂਟ ਨੇ ਤਾਂ ਉਹਦੇ ਸਾਰੇ ਐਂਗਲ ਆਪਸ 'ਚ ਕੀ ਹੁੰਦੇ ਨੇ ਇਕੁਅਲ ਹੁੰਦੇ ਨੇ। ਤਾਂ ਜਿਹੜਾ ਐਂਗਲ ਕਿਊ 'ਤੇ ਸੀ ਉਹੀ ਐਂਗਲ ਕਿਆ ਹੋਊਗਾ ਬੀ 'ਤੇ ਹੋਊਗਾ, ਕਿੰਨਾ ਡਿਗਰੀ 90 ਡਿਗਰੀ ਬਾਏ ਸੀ ਪੀ ਸੀ ਟੀ ਦੀ ਫੁੱਲ ਫਾਰਮ ਕੋਰਸਪੋਂਡਿੰਗ ਪਾਰਟ ਆਫ ਕੌਂਗਰੈਂਟ ਟਰਾਇੰਗਲ। ਇਹ ਸਾਡੇ ਕੋਲ 6ਵੇਂ ਚੈਪਟਰ ਦੀਆਂ ਚਾਰੇ ਥਿਊਰਮਾਂ ਕਵਰ ਨੇ, ਚੰਗੀ ਤਰੀਕੇ ਨਾਲ ਇਹਨੂੰ ਰਿਵਾਈਜ਼ ਕਰੋ, ਠੀਕ ਹੈ। ਹੁਣ ਅਗਲੇ ਚੈਪਟਰ 10ਵੇਂ ਚੈਪਟਰ ਦੀ ਥਿਊਰਮ ਕਰ ਰਹੇ ਹਾਂ ਆਪਾਂ। ਹਾਂ ਬੱਚੇ, ਇਹ ਚੈਪਟਰ 10 ਦੀ ਸਾਡੇ ਕੋਲ ਲਾਸਟ ਥਿਊਰਮ ਹੈ, 5ਵੀਂ ਥਿਊਰਮ, ਠੀਕ ਹੈ। ਅਤੇ ਇਸ ਤੋਂ ਬਾਅਦ ਥਿਊਰਮ ਦੇ ਤੁਹਾਡੇ 6 ਨੰਬਰ ਪੱਕੇ ਨੇ ਇਹਦੇ ਵਿੱਚੋਂ, ਠੀਕ ਹੈ, ਕਿਤੋਂ ਕੋਈ ਨੰਬਰ ਨਹੀਂ ਕੱਟ ਸਕਦਾ। ਕੀ ਲਿਖਿਆ ਹੈ, ਪ੍ਰੂਵ ਡੈਟ ਲੈਂਥ ਆਫ ਟੇਂਜੈਂਟ ਡਰੋਨ ਫਰੋਮ ਐਕਸਟਰਨਲ ਪੁਆਇੰਟ ਟੂ ਅ ਸਰਕਲ ਆਰ ਇਕੁਅਲ। ਕਹਿੰਦਾ ਸਰਕਲ ਦੇ ਕਹਿੰਦਾ ਐਕਸਟਰਨਲ ਪੁਆਇੰਟ ਤੋਂ ਜੋ ਸਰਕਲ ਦੇ ਉੱਤੇ ਟੇਂਜੈਂਟ ਖਿੱਚੀਆਂ ਜਾਂਦੀਆਂ ਨੇ, ਠੀਕ ਹੈ। ਮੰਨ ਲਓ ਆ ਦੋ ਟੇਂਜੈਂਟ, ਸਰਕਲ ਦੇ ਬਾਹਰੀ ਪੁਆਇੰਟ ਤੋਂ ਸਰਕਲ ਦੇ ਮੈਕਸਿਮਮ ਕਿੰਨੀਆਂ ਟੇਂਜੈਂਟ ਪੈਂਦੀਆਂ ਨੇ, ਦੋ ਟੇਂਜੈਂਟ ਪੈਂਦੀਆਂ ਨੇ। ਕਹਿੰਦਾ ਸਰਕਲ ਦੇ ਬਾਹਰੀ ਪੁਆਇੰਟ ਤੋਂ ਜੋ ਸਰਕਲ ਦੇ ਟੇਂਜੈਂਟ ਖਿੱਚੀਆਂ ਜਾਂਦੀਆਂ ਨੇ, ਕਹਿੰਦਾ ਇਹਨਾਂ ਦੋਨਾਂ ਦੀ ਲੰਬਾਈ ਆਪਸ 'ਚ ਕੀ ਹੁੰਦੀ ਹੈ ਇਕੁਅਲ ਹੁੰਦੀ ਹੈ। ਸੈਂਟਰ ਨੂੰ ਨਾਮ ਦਿੱਤਾ, ਲੈਟਸ ਸਪੋਜ਼ ਵੀ ਸੈਂਟਰ ਨੂੰ ਓ ਲੈ ਲਿਆ, ਆਹ ਪੁਆਇੰਟ ਨੂੰ ਨਾਮ ਦਿੱਤਾ ਪੀ ਦਾ, ਇਹਨੂੰ ਨਾਮ ਲੈ ਲਿਆ ਕਿਊ ਦਾ, ਇਹਨੂੰ ਆਰ ਦਾ। ਤਾਂ ਗਿਵਨ ਦੇ ਵਿੱਚ ਕੀ ਆਊਗਾ, ਆ ਸਰਕਲ ਵਿਦ ਸੈਂਟਰ ਓ, ਇੱਕ ਸਰਕਲ ਜਿਹਦਾ ਸੈਂਟਰ ਪੁਆਇੰਟ ਕੀ ਹੈ ਓ, ਐਂਡ external point P and external point P from where tangents are drawn, ਠੀਕ ਹੈ ਜੀ। ਇਹ ਆ ਗਿਆ ਸਾਡਾ ਕੀ ਗਿਵਨ ਦੇ ਵਿੱਚ, ਇੱਕ ਸਰਕਲ ਜਿਹਦਾ ਸੈਂਟਰ ਪੁਆਇੰਟ ਉਹ ਹੈ ਅਤੇ ਐਕਸਟਰਨਲ ਪੁਆਇੰਟ ਪੀ ਲਿਆ ਜਿੱਥੋਂ ਟੇਂਜੈਂਟ ਆਪਾਂ ਖਿੱਚੀਆਂ ਨੇ, ਠੀਕ ਹੈ। ਆਪਾਂ ਪ੍ਰੂਵ ਕੀ ਕਰਨਾ, ਟੂ ਪ੍ਰੂਵ ਆਪਾਂ ਪ੍ਰੂਵ ਕਰਨਾ ਇਹਨਾਂ ਦੀ ਲੰਬਾਈ ਕੀ ਹੁੰਦੀ ਆ ਆਪਸ ਇਕੁਅਲ, ਯਾਨੀ ਪੀ ਕਿਊ ਇਕੁਅਲ ਹੋਣਾ ਚਾਹੀਦਾ ਕਿਤੇ ਪੀ ਆਰ ਦੇ, ਠੀਕ ਹੋ ਗਿਆ ਬੱਚੇ। ਆਹ ਹੁਣ ਆਉਂਦੀ ਹੈ ਗੱਲ ਕੰਸਟਰਕਸ਼ਨ ਦੀ। ਕੰਸਟਰਕਸ਼ਨ ਆਪਾਂ ਕੀ ਕੀਤਾ, ਆਪਾਂ ਇੱਥੋਂ ਜੁਆਇਨ ਕਰਤਾ ਓ ਅਤੇ ਕਿਊ ਨੂੰ, ਇੱਥੋਂ ਜੁਆਇਨ ਕਰਤਾ ਓ ਅਤੇ ਆਰ ਨੂੰ, ਅਤੇ ਜੁਆਇਨ ਕਰਤਾ ਓ ਅਤੇ ਕਿਊ ਨੂੰ। ਜੁਆਇਨ ਓ ਕਿਊ ਕੋਮਾ ਓ ਆਰ ਐਂਡ
ओ पी ਜੁਆਇਨ ਕਰਤਾ ਓ ਕਿਊ ਓ ਆਰ ਅਤੇ ਓ ਪੀ ਨੂੰ, ਇਹਨਾਂ ਨੂੰ ਆਪਾਂ ਕੀ ਕਰ ਲਿਆ, ਜੁਆਇਨ ਕਰ ਲਿਆ। ਠੀਕ ਹੈ ਜੀ, ਅੱਗੇ ਗੱਲ ਕਰ ਲੈਂਦੇ ਹਾਂ। ਹੁਣ ਆਉਂਦੀ ਹੈ ਗੱਲ ਪ੍ਰੂਫ ਦੀ। ਦੇਖੋ ਬੱਚੇ, ਓ ਕਿਊ ਅਤੇ ਓ ਆਰ ਸਾਡੇ ਕੋਲ ਕੀ ਨੇ, ਰੇਡੀਅਸ ਨੇ। ਅਗਰ ਦੋਨੋਂ ਰੇਡੀਅਸ ਨੇ ਤਾਂ ਰੇਡੀਅਸ ਟੇਂਜੈਂਟ ਦੇ ਉੱਤੇ ਕੀ ਹੁੰਦੇ ਨੇ, ਪਰਪੈਂਡੀਕੂਲਰ ਹੁੰਦੇ। ਆਪਾਂ ਇੱਥੇ ਲਿਖ ਲੈਂਦੇ ਹਾਂ ਐਂਗਲ ਓ ਕਿਊ ਪੀ ਸਾਡਾ ਇਕੁਅਲ ਹੋਏਗਾ ਐਂਗਲ ਓ ਆਰ ਪੀ ਦੇ ਕਿੰਨੇ ਡਿਗਰੀ ਹੋਣਗੇ, ਇਹ 90 ਡਿਗਰੀ ਹੋਣਗੇ। ਬਿਕੋਜ਼ ਰੇਡੀਅਸ ਇਜ਼ perpendicular, radius is perpendicular to tangent, radius is perpendicular to tangent through point of contact। ਰੇਡੀਅਸ ਹੁੰਦਾ ਟੇਂਜੈਂਟ ਦੇ ਉੱਤੇ ਪਰਪੈਂਡੀਕੂਲਰ ਹੁੰਦਾ ਥਰੂ ਪੁਆਇੰਟ ਆਫ ਕੰਟੈਕਟ। ਠੀਕ ਹੋ ਗਿਆ ਬੱਚੇ, ਇੱਥੇ ਤੱਕ ਕੋਈ ਦਿੱਕਤ ਵਾਲੀ ਗੱਲ ਨਹੀਂ ਆ ਰਹੀ। ਠੀਕ ਹੈ, ਹੁਣ ਦੋ ਟ੍ਰਾਇੰਗਲ ਕੰਸੀਡਰ ਕਰ ਰਹੇ ਹਾਂ। ਇੱਕ ਟ੍ਰਾਇੰਗਲ ਲੈ ਰਹੇ ਹਾਂ ਓ ਕਿਊ ਪੀ ਅਤੇ ਦੂਜਾ ਓ ਆਰ ਪੀ। ਇਨ ਟ੍ਰਾਇੰਗਲ ਓ ਕਿਊ ਪੀ ਐਂਡ ਟ੍ਰਾਇੰਗਲ ਓ ਆਰ ਪੀ, ਓ ਕਿਊ ਪੀ ਅਤੇ ਓ ਆਰ ਪੀ। ਹੁਣ ਇਹਨੂੰ ਆਪਾਂ ਕਰਨ ਜਾ ਰਹੇ ਹਾਂ ਕੋਂਗਰੈਂਟ। ਦੇਖੋ ਓ ਕਿਊ ਅਤੇ ਓ ਆਰ ਦੋਨੋਂ ਬਰਾਬਰ ਹੋਣਗੇ, ਸਰਕਲ ਦੇ ਕਿਆ ਨੇ, ਰੇਡੀਅਸ। ਓ ਕਿਊ ਇਕੁਅਲ ਟੂ ਓ ਆਰ, ਰੇਡੀਅਸ ਆਫ ਆ ਸਰਕਲ, ਰੇਡੀਅਸ ਆਫ ਆ ਸਰਕਲ। ਓ ਪੀ ਸਾਡੇ ਕੋਲ ਕਿਆ ਹੋ ਜਾਣਗੇ, ਕਾਮਨ। ਓ ਪੀ ਆ ਦੇਖੋ, ਆਹ ਜਿਹੜੀ ਓ ਪੀ ਸਾਈਡ ਆ ਰਹੀ ਹੈ, ਉੱਪਰ ਵਾਲੇ ਟ੍ਰਾਇੰਗਲ ਦੇ ਵਿੱਚ ਵੀ ਆ ਰਹੀ ਹੈ ਓ ਪੀ ਸਾਈਡ, ਨੀਚੇ ਵਾਲੇ ਟ੍ਰਾਇੰਗਲ 'ਚ ਵੀ ਆ ਰਹੀ ਹੈ, ਕਾਮਨ ਹੋ ਜੂਗੀ। ਐਂਗਲ ਓ ਕਿਊ ਪੀ ਅਤੇ ਓ ਆਰ ਪੀ ਕਿੰਨਾ ਡਿਗਰੀ, 90। ਐਂਗਲ ਓ ਕਿਊ ਪੀ ਇਕੁਅਲ ਟੂ ਓ ਆਰ ਪੀ ਕਿੰਨਾ ਡਿਗਰੀ ਨੇ ਇਹ, ਈਚ 90 ਡਿਗਰੀ। ਦੋਨੋਂ ਕਿੰਨੇ ਡਿਗਰੀ, 90। ਰੀਜਨ ਆਪਾਂ ਉੱਪਰ ਦੇਤਾ, ਹੁਣ ਸਾਨੂੰ ਦੁਬਾਰਾ ਰੀਜਨ ਦੇਣ ਦੀ ਲੋੜ ਨਹੀਂ ਹੈ। ਹੁਣ ਦੇਖੋ ਦੋ ਸਾਈਡ ਦੇ ਇੱਕ ਐਂਗਲ ਹੋ ਗਏ, ਬਟ ਐਂਗਲ ਕਿੰਨਾ, 90 ਡਿਗਰੀ। ਤਾਂ ਇਹ ਬਾਏ ਆਰ ਐਚ ਐਸ ਕੌਨਗਰੈਂਸੀ, ਬਾਏ ਆਰ ਐਚ ਐਸ ਕੌਨਗਰੈਂਸੀ ਨਾਲ ਦੋਨੋਂ ਟ੍ਰਾਇੰਗਲ ਸਾਡੇ ਕਿਆ ਹੋਣਗੇ, ਕੌਂਗਰੈਂਟ ਹੋਣਗੇ। ਬਾਏ ਆਰ ਐਚ ਐਸ ਕੌਨਗਰੈਂਸੀ ਟ੍ਰਾਇੰਗਲ ਓ ਕਿਊ ਪੀ ਸਾਡਾ ਕੌਂਗਰੈਂਟ ਹੋਊਗਾ ਕਿਹਦੇ, ਓ ਆਰ ਅਤੇ ਪੀ ਦੇ। ਅਗਰ ਆਹ ਦੋਨੋਂ ਟ੍ਰਾਇੰਗਲ ਆਪਸ ਦੇ ਵਿੱਚ ਕੌਂਗਰੈਂਟ ਨੇ, ਆਪਾਂ ਹੁਣੇ ਪੜ੍ਹੀ ਹੈ ਜਿਹੜੀ ਚੌਥੀ ਥਿਊਰਮ ਸੀਗੀ ਉਹਦੇ ਵਿੱਚ ਪੜ੍ਹਿਆ ਨਾ, ਅਗਰ ਦੋਨੋਂ ਟ੍ਰਾਇੰਗਲ ਕੌਂਗਰੈਂਟ ਹੁੰਦੇ ਨੇ ਤਾਂ ਉਹਦੇ ਐਂਗਲ ਇਕੁਅਲ ਹੁੰਦੇ ਨੇ। ਹੁਣ ਅਗਰ ਦੋ ਟ੍ਰਾਇੰਗਲ ਆਪਸ 'ਚ ਕੌਂਗਰੈਂਟ ਨੇ ਤਾਂ ਉਹਦੇ ਸਾਰੇ ਐਂਗਲ, ਸਾਰੀ ਸਾਈਡਾਂ ਇਕੁਅਲ ਹੁੰਦੀਆਂ ਨੇ। ਤਾਂ ਆਹ ਟ੍ਰਾਇੰਗਲ ਦੀ ਸਾਈਡ ਕਿਹੜੀ ਬਚੀ, ਪੀ ਕਿਊ ਅਤੇ ਪੀ ਆਰ, ਇਹ ਵੀ ਆਪਸ 'ਚ ਕੀ ਹੋਣਗੀਆਂ, ਇਕੁਅਲ। ਪੀ ਕਿਊ ਇਜ਼ ਇਕੁਅਲ ਟੂ ਪੀ ਆਰ ਬਾਏ ਸੀ ਪੀ ਸੀ ਟੀ, ਕੋਰਸਪੋਂਡਿੰਗ ਪਾਰਟ ਆਫ ਕੌਂਗਰੈਂਟ ਟ੍ਰਾਇੰਗਲ। ਇੱਥੇ ਸਾਡੀਆਂ ਸਾਰੀਆਂ ਥਿਊਰਮਾਂ 5 ਹੋ ਚੁੱਕੀਆਂ ਨੇ। ਬਾਰ-ਬਾਰ ਵੀਡੀਓ ਨੂੰ ਦੇਖੋ ਬੱਚੇ, ਥਿਊਰਮ ਨੂੰ ਐਨ ਚੰਗੇ ਤਰੀਕੇ ਨਾਲ, ਥਿਊਰਮ 'ਚ ਨੰਬਰ ਨਹੀਂ ਕੱਟਣੇ ਚਾਹੀਦੇ। ਓਕੇ, ਤਾਂ ਰਿਵਾਈਜ਼ ਕਰਦੇ ਰਹੋ।